सत श्री अकाल। रशिया ते यूक्रेन विचाले जंग वर्गी सिचुएशन पैदा हो रही है। शायद तुसी इस बारे सुनिया होवे, पर सारी गल ये समझ लीए कि ये कित्थों शुरू हुई, इहदी हिस्टरी की है ते इस वेले की चल रहा है। पहली गल तां इह कि जिहड़े असीं हुण तक आशंका कर रहे हां कि वॉर हो सकदा है या रशिया वालों इन्वेजन हो सकती है यूक्रेन दी, ਇਹ ਸਾਰੀਆਂ ਗੱਲਾਂ ਆਲਰੇਡੀ ਸੱਚ ਹੁੰਦੀਆਂ ਮੈਨੂੰ ਤਾਂ ਦਿਖਾਈ ਦੇ ਰਹੀਆਂ ਨੇ, ਕਿਉਂਕਿ ਰਿਪੋਰਟਸ ਆਣੀਆਂ ਸ਼ੁਰੂ ਹੋ ਗਈਆਂ ਨੇ ਕਿ ਮੋਰਟਾਰ ਦੀ ਸ਼ੈਲਿੰਗ ਸ਼ੁਰੂ ਹੋ ਚੁੱਕੀ ਹੈ। ਮੋਰਟਾਰ ਦੀ ਸ਼ੈਲਿੰਗ ਉਹੀ ਜਿਹੜੀ ਤੁਸੀਂ ਇੰਡੀਆ ਪਾਕਿਸਤਾਨ ਦੇ ਬਾਰਡਰ ਤੇ ਵੀ ਸੁਣਦੇ ਰਹਿੰਦੇ ਹੋ ਕਿ ਸ਼ੈਲ ਗਿਰੀ ਜਿਹੜੀ ਬੰਬ ਵਰਗੀ ਹੀ ਹੁੰਦੀ ਹੈ। ਸੋ ਸ਼ੈਲਿੰਗ ਜੇ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਤਾਂ ਜੇ ਇਸ ਸਟੇਜ ਤੇ ਕੋਈ ਨਿਪਟਾਰਾ ਨਾ ਹੋਇਆ, ਕੋਈ ਹੱਲ ਨਾ ਹੋਇਆ ਤਾਂ ਇਹਨੂੰ ਵॉर ਮੰਨ ਕੇ ਹੀ ਚੱਲੀਏ, ਇਹਨੂੰ ਇਨਵੇਜਨ ਮੰਨ ਕੇ ਹੀ ਚੱਲੀਏ ਰਸ਼ੀਆ ਦੀ ਯੂਕਰੇਨ 'ਚ। ਖੈਰ, हिस्टरी तो शुरू करना चाहुंदा मैं कि ये सारी बैकग्राउंड की है, किवें शुरू होया। पहली गल तो तुसीं जाणदे हो कि सोवियत यूनीयन हुंदी सी, जिन्हों असीं USSR भी कहंदे सीगे। बेसिकली 15 रिपब्लिक्स इकट्ठियां USSR बनांदियां सीगियां ते दुनिया दी ये सब तो वड्डी कंट्री हुंदी सीगी। खैर, 90 ਦੇ ਦਹਾਕੇ शुरू होने तो पहलां 80 ਦੇ ਦਹਾਕੇ ਦੇ अंत विच बहुत दिक्कत आईयां, जिहदे करके 1990 ਦੇ आस-पास पूरी USSR कोलैप्स हो गई। एक कम्यूनिस्ट कंट्री सीगी, एक 15 रिपब्लिक्स दी जिहड़ी बिल्कुल कोलैप्स हो गई। सो खैर, कोलैप्स ਦੇ ਜੇ ਅਸੀਂ ਕਾਰਨਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਕਾਰਨ ਨੇ, ਪਰ ਤੁਸੀਂ ਸਾਰੇ ਪਿਨ ਪੁਆਇੰਟ ਕਰ ਸਕਦੇ ਹੋ ਪਾਵਰ ਗੇਮ ਲਈ। ਬੇਸਿਕਲੀ ਪਹਿਲਾਂ ਜਦੋਂ ਸੈਕਿੰਡ ਵਰਲਡ ਵਾਰ ਤੋਂ ਬਾਅਦ ਕੰਟਰੀਜ਼ ਨੇ ਰਿਕਵਰ ਕੀਤਾ, ਰਿਕਵਰ ਹੋ ਰਹੀਆਂ ਸੀਗੀਆਂ, ਕੁਝ ਕੰਟਰੀਜ਼ ਸਟਰੋਂਗ ਪਾਵਰਸ ਬਣ ਕੇ ਉੱਭਰ ਰਹੀਆਂ ਸੀਗੀਆਂ, ਉਦੋਂ ਕੋਲਡ ਵਾਰ ਹੋ ਗਿਆ। ਕੋਲਡ ਵਾਰ ਤੋਂ ਬਾਅਦ ਜਿਹੜੀਆਂ ਦੋ ਵੱਡੀਆਂ ਕੰਟਰੀਜ਼ ਬਣਨੀਆਂ ਸ਼ੁਰੂ ਹੋਈਆਂ ਉਹ ਸੀਗੀਆਂ USA ਤੇ USSR। ਇਹੀ ਦੋ ਸੁਪਰ ਪਾਵਰ ਸੀਗੀਆਂ, ਹੋਰ ਕੋਈ ਵੀ ਦੇਸ਼ ਇਹਨਾਂ ਦੇ ਲਾਗੇ ਨਹੀਂ ਸੀ ਆਉਂਦਾ। ਇਹ ਮੈਂ ਉਸ ਵੇਲੇ ਦੀ ਗੱਲ ਕਰ ਰਿਹਾ, ਕੋਲਡ ਵਾਰ ਤੋਂ ਬਾਅਦ ਦੀ। ਖੈਰ, ਜਦੋਂ ਇਹ ਪਾਵਰ ਪਲੇ ਸ਼ੁਰੂ ਹੋਇਆ, US ਤੇ ਰਸ਼ੀਆ ਇੱਕ ਦੂਜੇ ਨੂੰ ਪਿੱਛੇ ਲਾਉਣਾ ਜਾਂ ਥੱਲੇ ਲਾਉਣ ਦੀ ਕੋਸ਼ਿਸ਼ ਸੀਗੀ, ਕਿਉਂਕਿ ਇਹਨਾਂ ਦੇ ਵਿੱਚ ਜਿਹੜੀਆਂ ਕੰਟਰੀਜ਼ ਆਉਂਦੀਆਂ ਨੇ ਇਹ ਕਿਹਦੇ ਵੱਲ ਹੋਣਗੀਆਂ, ਇਹ ਬੜਾ ਇੰਪੋਰਟੈਂਟ ਫੈਕਟਰ ਸੀਗਾ। ਕਿਉਂਕਿ ਹੁਣ ਜਿਹੜੇ ਵਰਲਡ ਵਾਰ 2 ਦੇ ਐਲਾਈਜ਼ ਬਣੇ ਹੋਏ ਸੀਗੇ ਉਹ ਕਹਿ ਲਓ ਟੁੱਟਣ ਲੱਗੇ ਸੀ, ਜਾਂ ਕਹਿ ਲਓ ਉਹ ਆਪਣੀ ਓਰੀਐਂਟੇਸ਼ਨਸ ਆਪਣੇ ਫਾਇਦੇ ਦੇ ਹਿਸਾਬ ਨਾਲ ਜਾਂ ਉੱਥੇ ਪੋਲਿਟਿਕਸ ਕਿਵੇਂ ਦੀ ਹੈ ਉਸ ਦੇਸ਼ ਵਿੱਚ, ਉਸ ਹਿਸਾਬ ਨਾਲ ਦੁਬਾਰਾ ਤੈਅ ਕਰ ਰਹੀਆਂ ਸੀਗੀਆਂ। ਸੋ ਇਸ ਕਰਕੇ ਦੋਵੇਂ ਹੀ ਦੇਸ਼ ਚਾਹੁੰਦੇ ਸੀਗੇ ਕਿ ਜੇ ਅਸੀਂ ਸਟਰੋਂਗ ਹੋਈਏ, ਸਭ ਤੋਂ ਸਟਰੋਂਗ ਦੇਸ਼ ਹੋਈਏ ਦੁਨੀਆ ਦਾ, ਤਾਂ ਅਸੀਂ ਐਕਚੁਅਲੀ ਦੁਨੀਆ ਨੂੰ ਰੂਲ ਕਰ ਸਕਦੇ ਹਾਂ, ਜੋ ਅਸੀਂ ਇਸ ਵੇਲੇ US ਦੀ ਸੁਪਰੀਮੇਸੀ ਮੰਨਦੇ ਹਾਂ। ਪਰ ਜੇ ਕੋਈ ਉਹਨੂੰ ਕਹਿ ਲਓ ਚੈਲੰਜ ਕਰ ਰਿਹਾ ਤਾਂ ਉਹ ਰਸ਼ੀਆ ਹੀ ਰਿਹਾ ਹੈ ਹਮੇਸ਼ਾ ਤੋਂ। ਚਾਈਨਾ ਹੁਣ ਇੱਕ ਨਵੀਂ ਉੱਭਰਦੀ ਫੋਰਸ ਹੈ, ਪਰ ਉਹਦਾ ਕਾਰਨ ਕਿਸ ਤਰ੍ਹਾਂ ਦੀ ਉਹ ਇਕਨੋਮਿਕ ਪਲੇ ਕਰਦਾ ਹੈ ਛੋਟੇ ਦੇਸ਼ਾਂ 'ਚ, ਜਾਂ ਕਿਉਂਕਿ ਮੈਨੂਫੈਕਚਰਿੰਗ ਉਹਨੇ ਆਪਣੀ ਕਪੈਸਿਟੀ ਇੰਨੀ ਵਧਾ ਲਈ ਹੈ, ਟੈਕਨੋਲੋਜੀਕਲੀ ਜਿੰਨਾ ਉਹ ਐਡਵਾਂਸਡ ਹੋ ਰਿਹਾ ਉਹ ਉਸ ਕਾਰਨ ਹੈ। ਪਰ ਪੋਲੀਟੀਕਲ ਪਾਵਰ ਪਲੇ ਜੇ ਕਹਿ ਲਈਏ ਜਾਂ ਪੈਸੇ ਦਾ ਹਜੇ ਵੀ ਜਿਹੜਾ ਪਾਵਰ ਪਲੇ ਹੈ ਉਹ US ਤੇ ਰਸ਼ੀਆ ਦੇ ਹੱਥ 'ਚ ਹੈ, ਹਜੇ ਵੀ ਅਸੀਂ ਉਹਨੂੰ US ਮੰਨ ਰਹੇ ਸੀਗੇ। ਖੈਰ, ਇਹ ਜਦੋਂ ਪਾਵਰ ਪਲੇ ਸ਼ੁਰੂ ਹੋਇਆ, ਸੋ ਇਹਦੇ ਨਾਲ ਜਿਹੜਾ ਕਮਿਊਨਿਸਟ ਰਜੀਮ ਸੀਗਾ USSR ਦਾ, ਉਹਨੂੰ ਆਪਣੀ ਸਿਚੁਏਸ਼ਨ ਨੂੰ ਜਾਂ ਆਪਣੀ ਕੰਡੀਸ਼ਨ ਨੂੰ ਬੈਟਰ ਕਰਨਾ ਸੀਗਾ। ਸੋ ਮਿਖਾਇਲ ਗੋਰਬਾਚੇਵ ਉਸ ਵੇਲੇ ਦਾ ਜਿਹੜਾ ਕਮਿਊਨਿਸਟ ਲੀਡਰ ਸੀਗਾ, ਇਹਨੇ ਸੋਚਿਆ ਕਿ USSR ਨੂੰ ਹੁਣ ਦੁਬਾਰਾ ਸਟਰੋਂਗ ਕਰਨ ਲਈ ਇਹਦੀ ਇਕਨੋਮੀ ਖਾਸ ਕਰਕੇ ਸੁਧਾਰਨੀ ਬੜੀ ਇੰਪੋਰਟੈਂਟ ਹੈ। ਹੋਰ ਬਹੁਤ ਸਾਰੀ ਚੀਜ਼ਾਂ ਹੋਈਆਂ, ਜਿਵੇਂ ਇਹਨੇ ਹੋਰ ਟਰਾਂਸਪੇਰੈਂਸੀ ਵਗੈਰਾ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਆਲਰੇਡੀ ਜਦੋਂ ਵੈਸਟ ਵਰਲਡ ਕਹਿ ਲਓ ਜਾਂ US ਕਹਿ ਲਓ ਇੰਨਾ ਪ੍ਰੈਸ਼ਰ ਪਾ ਰਿਹਾ ਸੀਗਾ, ਇਹਨੂੰ ਵੀਕਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਦੇਸ਼ ਨੂੰ ਪੋਲੀਟੀਕਲ ਡੀਸਟੇਬਲਾਈਜ਼ ਇਹਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਬਹੁਤ ਦੇਸ਼ ਆਲਰੇਡੀ ਇੰਡੀਪੈਂਡੈਂਸ ਬਾਰੇ USSR ਤੋਂ ਸੋਚਣ ਲੱਗ ਗਏ ਸੀਗੇ, ਜਿਵੇਂ ਆਪਾਂ ਹੁਣ ਬ੍ਰੈਗਜ਼ਿਟ ਸੁਣਿਆ EU ਦੇ ਕੇਸ 'ਚ, ਉਸ ਤਰ੍ਹਾਂ ਦੀ ਸਿਚੁਏਸ਼ਨ ਆਲਰੇਡੀ ਪੈਦਾ ਹੋ ਚੁੱਕੀ ਸੀ। ਪਰ ਜਦੋਂ ਮਿਖਾਇਲ ਗੋਰਬਾਚੇਵ ਨੇ, ਉਸ ਵੇਲੇ ਦੇ ਲੀਡਰ ਨੇ, ਕੁਝ ਨਵੀਆਂ ਚੀਜ਼ਾਂ ਲੈ ਕੇ ਆਈਆਂ, ਉਹਦੇ ਨਾਲ ਬਹੁਤ ਸਾਰੇ ਰਿਵੋਲਟ ਸ਼ੁਰੂ ਹੋ ਗਏ ਇਹਨਾਂ ਦੇਸ਼ਾਂ ਦੇ, ਜਿਹੜੇ ਦੇਸ਼ ਟੁੱਟੇ USSR ਤੋਂ, ਉਹਦੀ ਗੱਲ ਕਰਾਂਗੇ। ਪਰ ਜਦੋਂ ਉਹਨੇ ਇਕਨੋਮੀ ਨੂੰ ਕਿਕ ਸਟਾਰਟ ਕਰਨ ਲਈ ਕੁਝ ਨਵੀਆਂ ਸਕੀਮਸ ਪੈਦਾ ਕੀਤੀਆਂ, ਉਦੋਂ ਇਨਫਲੇਸ਼ਨ ਵੱਧ ਗਈ, ਲੋਕਾਂ 'ਚ ਰੋਸ ਵੱਧ ਗਏ, ਜੋ ਟ੍ਰਿਗਰ ਸਾਬਿਤ ਹੋਇਆ ਉਸ ਵੇਲੇ ਜਦੋਂ USSR ਟੁੱਟਿਆ। ਸੋ ਮਾਰਚ 1990 ਵਿੱਚ ਲਿਥੂਏਨੀਆ ਦੇਸ਼ ਹੈ ਜਿਹੜਾ, ਉਹ ਸਭ ਤੋਂ ਪਹਿਲਾਂ ਇੰਡੀਪੈਂਡੈਂਟ ਹੋਇਆ ਮਾਰਚ 1990 ਵਿੱਚ। ਤੇ 1992 ਤੱਕ 15 ਜਿਹੜੇ ਆ ਮੈਂ ਦੇਸ਼ਾਂ ਦੀ ਗੱਲ ਕੀਤੀ ਉਹ ਅੱਡ ਹੋ ਚੁੱਕੇ ਸੀਗੇ USSR ਤੋਂ। ਯੂਕਰੇਨ ਦੀ ਜੇ ਗੱਲ ਕਰੀਏ ਤਾਂ 90 ਤੋਂ 92 ਦੇ ਪੀਰੀਅਡ ਦੇ ਕਹਿ ਲਓ ਇਹ ਸੈਂਟਰਲ ਪੁਆਇੰਟ ਤੇ ਸੀਗਾ, ਕਿਉਂਕਿ ਯੂਕਰੇਨ ਅਗਸਤ 1991 ਵਿੱਚ ਐਵੇਂ ਇੰਡੀਪੈਂਡੈਂਟ ਕੰਟਰੀ ਬਣਿਆ। ਪਰ ਪਿਛਲੇ ਲਗਭਗ 30 ਸਾਲਾਂ ਵਿੱਚ ਯੂਕਰੇਨ ਦੇ 7 ਪ੍ਰੈਜ਼ੀਡੈਂਟ ਰਹੇ ਨੇ। ਜ਼ਿਆਦਾਤਰ ਇਹ ਪ੍ਰੈਜ਼ੀਡੈਂਟਸ ਰਸ਼ੀਆ ਨੂੰ ਫੇਵਰ ਕਰਦੇ ਰਹੇ ਨੇ, ਕਿਉਂਕਿ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਆ
ਬਹੁਤ ਵੱਡਾ ਦੇਸ਼ ਹੈ, ਬਹੁਤ ਪਾਵਰਫੁਲ ਦੇਸ਼ ਹੈ ਇਕਨੋਮਿਕਲੀ ਵੀ, ਕਿਉਂਕਿ USSR ਦੇ ਜਿਹੜੇ ਜ਼ਿਆਦਾਤਰ ਰਿਸੋਰਸਿਸ ਸੀਗੇ ਉਹ ਜ਼ਿਆਦਾ ਏਰੀਆ ਕਿਉਂਕਿ ਰਸ਼ੀਆ ਕੋਲ ਸੀਗਾ ਤਾਂ ਇਹਦੇ ਵੱਲ ਕਨਸੈਂਟਰੇਟਡ ਰਹੇ। ਲੇਕਿਨ ਯੂਕਰੇਨ ਸੈਕਿੰਡ ਬਿਗੇਸਟ ਕੰਟਰੀ ਹੈ ਯੂਰਪ ਦੀ ਰਸ਼ੀਆ ਤੋਂ ਬਾਅਦ। ਖੈਰ, ਯੂਕਰੇਨ ਦੇ 7 ਪ੍ਰੈਜ਼ੀਡੈਂਟਸ ਰਹੇ। ਰਸ਼ੀਆ ਨੇ ਹਮੇਸ਼ਾ ਹੀ ਜਿੰਨੇ ਵੀ ਦੇਸ਼ ਟੁੱਟ ਕੇ ਗਏ USSR ਤੋਂ ਉਹਨਾਂ ਦਾ ਵੱਡਾ ਭਾਈ ਬਣ ਕੇ ਰਿਹਾ, ਉਹਨਾਂ ਤੇ ਪਾਵਰ ਰੱਖਣ ਦੀ ਇਹਨੇ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਯੂਕਰੇਨੀਅਨ ਪ੍ਰੈਜ਼ੀਡੈਂਟਸ ਰਸ਼ੀਆ ਨੂੰ ਫੇਵਰ ਕਰਦੇ ਰਹੇ ਕਿਉਂਕਿ ਰਸ਼ੀਆ ਡਾਇਰੈਕਟਲੀ ਇਨਡਾਇਰੈਕਟਲੀ ਇਹਨਾਂ ਦੀ ਪੋਲਿਟਿਕਸ ਵਿੱਚ ਹਾਵੀ ਰਹੀ ਹੈ। ਜਿਵੇਂ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਅਮਰੀਕਾ ਲੈਟਿਨ ਅਮਰੀਕਨ ਕੰਟਰੀਜ਼ ਦੀ ਈਵਨ ਪੋਲਿਟਿਕਸ ਨੂੰ ਕੰਟਰੋਲ ਕਰਦੀ ਹੈ। ਖੈਰ, ਸੋ ਕੰਟਰੀ ਡੈਮੋਕ੍ਰੇਸੀ ਲਈ ਕਈ ਰੈਵੋਲੂਸ਼ਨਸ ਕਰ ਚੁੱਕੀ ਹੈ। ਪਹਿਲੀ ਤਾਂ ਸੀਗੀ ਉਹਦੀ ਇੰਡੀਪੈਂਡੈਂਸ। ਉਸ ਤੋਂ ਬਾਅਦ 2005 ਤੇ 2014 ਵਿੱਚ ਜਦੋਂ ਦੇਸ਼ ਨੇ ਦੇਖਿਆ ਸੀਗਾ ਕਿ ਪ੍ਰੋ ਰਸ਼ੀਅਨ ਪ੍ਰੈਜ਼ੀਡੈਂਟ ਨੇ ਕਿ ਰਸ਼ੀਆ ਨੂੰ ਫੇਵਰ ਕਰਨ ਵਾਲੇ ਪ੍ਰੈਜ਼ੀਡੈਂਟਸ ਨੇ, ਉਦੋਂ ਦੋਨੋਂ ਵਾਰ ਰੈਵੋਲੂਸ਼ਨ ਕਰਕੇ ਆਵਲੇ ਪ੍ਰੈਜ਼ੀਡੈਂਟ ਹਟਾਏ ਗਏ। ਖੈਰ, 2014 ਦੀ ਜੇ ਲੇਟੈਸਟ ਗੱਲ ਕਰੀਏ ਉਦੋਂ ਵੀ ਜਿਹੜਾ ਪ੍ਰੈਜ਼ੀਡੈਂਟ ਆਇਆ ਉਹ ਪ੍ਰੋ ਯੂਕਰੇਨ ਗੱਲ ਕਰਦਾ ਸੀਗਾ, ਪਰ ਜਿਵੇਂ ਮਰਜ਼ੀ ਕਹਿ ਲਓ ਰਸ਼ੀਆ ਨੇ ਉਹਨੂੰ ਫਿਰ ਆਪਣੇ ਕਹਿ ਲਓ ਵੱਸ ਵਿੱਚ ਕਰ ਲਿਆ ਤੇ ਇੱਕ ਵਾਰ ਫਿਰ ਲੋਕ ਉਤੋਂ ਨਾਖੁਸ਼ ਹੋਣ ਲੱਗੇ ਤੇ 2019 ਵਿੱਚ ਇੱਕ ਹੁਣ ਨਵਾਂ ਪ੍ਰੈਜ਼ੀਡੈਂਟ ਜਿਹੜਾ ਆਇਆ, ਜਿਹੜਾ ਇਸ ਵੇਲੇ ਵੀ ਪ੍ਰੈਜ਼ੀਡੈਂਟ ਹੈ, ਉਹ ਬਿਲਕੁਲ ਪ੍ਰੋ ਯੂਕਰੇਨ ਹੈ ਤੇ ਰਸ਼ੀਆ ਦੀ ਪੋਲਿਟਿਕਸ ਨੂੰ ਅਪੋਜ਼ ਕਰਦਾ ਹੈ। ਤੇ ਇਹ ਮੈਂ ਨਹੀਂ ਕਹਿ ਰਿਹਾ, ਕਿਉਂਕਿ ਲੋਕਾਂ ਨੇ 2 ਵਾਰ ਪ੍ਰੋ ਰਸ਼ੀਅਨ ਪ੍ਰੈਜ਼ੀਡੈਂਟਸ ਨੂੰ ਹਟਾਇਆ, ਸੋ ਇਹਦਾ ਮਤਲਬ ਕਿ ਜਿਹੜੀ ਮੈਜੋਰਿਟੀ ਲੋਕ ਨੇ ਜਾਂ ਜਨਰਲ ਸੈਂਟੀਮੈਂਟ ਜਿਹੜਾ ਹੈ ਉਹ ਆਪਣੀ ਇੰਡੀਪੈਂਡੈਂਸ ਚਾਹੁੰਦਾ ਹੈ। ਪਰ ਇਹਦਾ ਇਹ ਮਤਲਬ ਨਹੀਂ ਕਿ ਆਲਮੋਸਟ ਹਰ ਸਿਵਲਾਈਜੇਸ਼ਨ ਜਾਂ ਦੇਸ਼ ਦੀ ਤਰ੍ਹਾਂ ਉੱਥੇ ਵੀ ਇੱਕ ਫਰਿੰਜ ਹੈਗੀ ਹੈ ਜਿਹੜੀ ਰਸ਼ੀਆ ਦੀ ਸਾਈਡ ਲੈਂਦੀ ਹੈ, ਜੋ ਮੈਨੂੰ ਲੱਗਦਾ ਸੀ ਹਰ ਦੇਸ਼ 'ਚ ਉਹਦਾ ਐਗਜ਼ਾਮਪਲ ਦੇਖ ਸਕਦੇ ਹਾਂ। ਖੈਰ, ਹੁਣ ਗੱਲ ਕਰੀਏ ਨੇਟੋ ਤੇ ਯੂਰੋਪੀਅਨ ਯੂਨੀਅਨ, ਜਿਹੜੀ ਤੁਸੀਂ ਸ਼ਾਇਦ ਸੁਣਦੇ ਰਹਿੰਦੇ ਹੋਵੋਗੇ। ਨੇਟੋ ਜਿਹੜੀ ਹੈ ਉਹ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਹੈ। ਬੇਸਿਕਲੀ ਅਮਰੀਕਾ ਦੀ ਇਹ ਪਹਿਲ ਸੀਗੀ ਕਿ ਜਿੰਨੇ ਵੀ ਹੁਣ ਵੈਸਟਰਨ ਦੇਸ਼ ਨੇ, ਇੱਕ ਵਾਰ ਫਿਰ ਇਹ ਰਸ਼ੀਆ ਨੂੰ ਵੀਕਨ ਕਰਨ ਲਈ ਸੀ, ਮੈਂ ਕਹਿ ਰਿਹਾ ਹਰ ਚੀਜ਼ ਪਾਵਰ ਪਲੇ ਲਈ ਹੋ ਰਹੀ ਹੈ, ਇਹਨੇ ਇਹ ਬਣਾਈ ਕਿ ਅਸੀਂ ਆਪਣੇ ਜਿਹੜੇ ਰਿਸੋਰਸਿਸ ਨੇ, ਜਿਹੜੀ ਆਰਮੀਜ਼ ਨੇ, ਜੇ ਕਿਤੇ ਵੀ ਲੋੜ ਪਵੇ ਇਹਨੂੰ ਕੰਬਾਈਨ ਕਰ ਲਈਏ ਤੇ ਆਪਣੇ ਮੈਂਬਰਸ ਨੂੰ ਪ੍ਰੋਟੈਕਟ ਕਰਾਂਗੇ, ਜੇ ਕਦੀ ਵਾਰ ਹੋਵੇ, ਇਨਵੇਜਨ ਹੋਵੇ, ਕੁਝ ਵੀ ਹੋਵੇ। ਐਗਜ਼ੈਕਟਲੀ ਐਵੇਂ ਦੀ ਸਿਚੁਏਸ਼ਨ ਲਈ ਜੋ ਹੁਣ ਯੂਕਰੇਨ 'ਚ ਪੈਦਾ ਹੋ ਰਹੀ ਹੈ। ਪਰ ਯੂਕਰੇਨ ਨੇਟੋ ਦਾ ਹਿੱਸਾ ਨਹੀਂ ਹੈ, ਸੋ ਡਾਇਰੈਕਟ ਇਨਵੋਲਵਮੈਂਟ ਇਹ ਦੇਸ਼ਾਂ ਦੀ ਆਰਮੀਜ਼ ਇੱਥੇ ਨਹੀਂ ਕਰ ਸਕਦੀਆਂ। ਤੇ ਹੁਣ ਜਿਹੜੀ ਲੇਟੈਸਟ ਇੱਕ ਮੀਟਿੰਗ ਹੋਈ ਸੀ ਸੁਪਰ ਪਾਵਰਸ ਦੀ, ਵਰਲਡ ਦੇ ਬਹੁਤ ਸਾਰੀ ਕੰਟਰੀਜ਼ ਦੀ, ਉਹਦੇ 'ਚ ਵਲਾਦੀਮੀਰ ਪੁਤਿਨ ਨੇ ਡਾਇਰੈਕਟਲੀ ਇਹ ਕਿਹਾ ਕਿ ਯੂਕਰੇਨ ਜਿਹੜਾ ਕਿ ਮੈਂਬਰ ਬਣਨਾ ਚਾਹੁੰਦਾ ਹੈ ਨੇਟੋ ਦਾ, ਉਹਨੂੰ ਪੁਸ਼ ਨਾ ਕੀਤਾ ਜਾਵੇ, ਉਹਨੂੰ ਨੇਟੋ ਦਾ ਮੈਂਬਰ ਨਾ ਬਣਾਇਆ ਜਾਵੇ। ਤੇ ਪੁਤਿਨ ਨੇ ਇਹ ਵੀ ਕਿਹਾ ਹੈ ਕਿ ਮੈਨੂੰ ਇਹ ਗੱਲ ਰਿਟਨ 'ਚ ਚਾਹੀਦੀ ਹੈ ਤੇ ਇਹ ਵੀ ਮੈਨੂੰ ਐਸ਼ੋਰੈਂਸ ਚਾਹੀਦੀ ਹੈ ਕਿ ਜਿੰਨੇ ਵੀ ਆ ਦੇਸ਼ ਨੇ ਵੈਸਟਰਨ ਰਸ਼ੀਆ ਦੇ ਆਸ-ਪਾਸ, ਯਾਨੀ ਕਿ ਪੁਰਾਣੇ USSR ਦੇ ਨੇਸ਼ਨਸ ਨੇ, ਉਹ ਵੀ ਨੇਟੋ ਤੋਂ ਬਾਹਰ ਹਟਣ ਤੇ ਨੇਟੋ ਇਹਦੇ 'ਚ ਆਪਣੀ ਇਨਵੋਲਵਮੈਂਟ ਹਟਾਵੇ। ਪੁਤਿਨ ਨੇ ਹਮੇਸ਼ਾ ਮੇਨਟੇਨ ਕੀਤਾ ਹੈ ਕਿ ਯੂਕਰੇਨ ਤੇ ਰਸ਼ੀਅਨ ਪੀਪਲ ਇੱਕੋ ਨੇ, ਇਹ 'ਚ ਕੋਈ ਗਲਤ ਗੱਲ ਨਹੀਂ ਹੈ ਹਿਸਟੋਰੀਕਲੀ, ਲੇਕਿਨ ਪ੍ਰੈਜ਼ੈਂਟ ਦੇ ਵਿੱਚ ਇਹ ਗੱਲ ਸੱਚ ਨਹੀਂ ਹੈ। ਯੂਕਰੇਨ ਇੱਕ ਇੰਡੀਪੈਂਡੈਂਟ ਕੰਟਰੀ ਹੈ ਤੇ ਅਸੀਂ ਹੁਣ ਇੱਕ ਮਾਡਰਨ ਸੋਸਾਇਟੀ 'ਚ ਸਮਝਦੇ ਹਾਂ ਕਿ ਇੱਕ ਇੰਡੀਪੈਂਡੈਂਟ ਕੰਟਰੀ ਦੀ ਇੰਡੀਪੈਂਡੈਂਸ ਰਿਸਪੈਕਟ ਕੀਤੀ ਜਾਣੀ ਚਾਹੀਦੀ ਹੈ। ਸੋ ਇਸ ਕਰਕੇ ਇਹ ਸਾਰਾ ਕੌਨਫਲਿਕਟ ਪੈਦਾ ਹੋ ਰਿਹਾ। ਖੈਰ, ਪੁਤਿਨ ਦੀ ਗੱਲ ਕਰ ਲਈਏ ਤਾਂ USSR ਟੁੱਟਣ ਤੋਂ ਬਾਅਦ ਰਸ਼ੀਆ ਦੇ ਸਿਰਫ 3 ਪ੍ਰੈਜ਼ੀਡੈਂਟ ਰਹੇ ਨੇ ਤੇ ਵਲਾਦੀਮੀਰ ਪੁਤਿਨ ਦੂਸਰੀ ਵਾਰ ਪ੍ਰੈਜ਼ੀਡੈਂਟ ਬਣ ਗਏ ਤੇ 17 ਸਾਲ ਤੋਂ ਇਹ ਬੰਦਾ ਪ੍ਰੈਜ਼ੀਡੈਂਟ ਹੈ। ਪਰ 2021 ਵਿੱਚ ਇਹਨੇ ਇੱਕ ਨਵੀਂ ਲਾਅ ਲੈ ਕੇ ਆਇਆ ਜਿਹਨੇ ਐਸੈਂਸ਼ੀਅਲੀ ਇਹ ਕਹਿਤਾ ਕਿ ਪੁਤਿਨ 2036 ਤੱਕ ਪ੍ਰੈਜ਼ੀਡੈਂਟ ਰਹੇਗਾ। ਸੋ ਹੁਣ ਇਹ ਕਹਿਣਾ ਕਿ ਰਸ਼ੀਆ ਵੀ ਡੈਮੋਕ੍ਰੈਟਿਕ ਹੈ, ਇਹ ਗਲਤ ਹੋਏਗਾ। ਇਹ ਬਹੁਤ ਹੀ ਨਾਰਥ ਕੋਰੀਆ ਲਾਈਕ ਸਿਚੁਏਸ਼ਨ ਬਣਦੀ ਜਾ ਰਹੀ ਹੈ ਰਸ਼ੀਆ ਦੇ ਲਈ, ਸੋ ਇਹ ਡੈਮੋਕ੍ਰੇਸੀ ਸ਼ਾਇਦ ਹੁਣ ਨਹੀਂ ਹੈ। ਖੈਰ, ਜਦੋਂ ਹੁਣ ਦੂਜੀ ਵਾਰ ਪੁਤਿਨ ਪ੍ਰੈਜ਼ੀਡੈਂਟ ਬਣਿਆ ਸੀਗਾ 2012 ਵਿੱਚ, ਉਦੋਂ ਉਹਨੇ ਆਪਣਾ ਜਿਹੜਾ ਸੁਪਨਾ ਹੈ ਬੇਸਿਕਲੀ USSR ਦੀ ਰੀਯੂਨੀਫਿਕੇਸ਼ਨ ਕਹਿ ਲਓ, ਯੂਨਾਈਟਿਡ ਸੋਵੀਅਤ ਯੂਨੀਅਨ ਦੀ, ਉਹਨੂੰ ਦੁਬਾਰਾ ਨਰਚਰ ਕਰਨਾ ਸ਼ੁਰੂ ਕੀਤਾ। ਇਸੇ ਕਰਕੇ 2014 ਵਿੱਚ ਉਹਨੇ ਯੂਕਰੇਨ ਨੂੰ ਆਲਰੇਡੀ ਇੱਕ ਵਾਰ ਇਨਵੇਡ ਉਹ ਕਰ ਚੁੱਕਿਆ 2014 ਵਿੱਚ, ਜਦੋਂ ਕ੍ਰਾਈਮੀਆ ਜਿਹੜਾ ਯੂਕਰੇਨ ਦਾ ਬਹੁਤ ਸਾਊਥ ਵਿੱਚ ਇੱਕ ਪਾਰਟ ਹੈ ਤੇ ਰਸ਼ੀਅਨ ਬਾਰਡਰ ਦੇ ਕਲੋਜ਼ ਹੈ, ਉਹਨੂੰ ਇਹਨੇ ਇਨਵੇਡ ਕਰਕੇ ਆਪਣੇ ਕਬਜ਼ੇ 'ਚ ਰਸ਼ੀਆ ਦੇ ਕਰ ਲਿਆ ਸੀਗਾ। ਸੋ ਕ੍ਰਾਈਮੀਆ 2014 ਤੱਕ ਯੂਕਰੇਨ ਦਾ ਪਾਰਟ ਸੀਗਾ, ਹੁਣ ਰਸ਼ੀਆ ਦਾ ਪਾਰਟ ਹੈ। ਖੈਰ, ਹੁਣ ਸਿਮਿਲਰ ਇੱਕ ਸਟ੍ਰੈਟਜੀ ਅਪਲਾਈ ਕੀਤੀ ਜਾ ਰਹੀ ਹੈ ਲੋਹਾਂਸਕ ਤੇ ਡੋਨੇਟਸਕ ਲਈ। ਲੋਹਾਂਸਕ ਤੇ ਡੋਨੇਟਸਕ ਵੀ ਹੁਣ ਰਸ਼ੀਆ ਨਾਲ ਬਾਰਡਰ ਸ਼ੇਅਰ ਕਰਦੇ ਨੇ। ਖੈਰ, ਇਹ ਕ੍ਰਾਈਮੀਆ ਤੋਂ ਥੋੜੇ ਉੱਪਰਲੇ ਪਾਸੇ ਨੇ, ਪਰ ਇਹ ਉਹੀ ਏਰੀਆਜ਼ ਨੇ ਜਿੱਥੇ ਥੋੜੀ ਸੈਪਰੇਟਿਸਟ ਮੂਵਮੈਂਟ ਵੀ ਹੈ। 2014 ਜਦੋਂ ਕ੍ਰਾਈਮੀਆ ਨੂੰ ਇਨਵੇਜਨ ਕਰਕੇ ਉਹਦੀ ਆਪਣੇ ਵੱਲ ਕਰ ਲਿਆ ਸੀਗਾ, ਉਦੋਂ ਲੋਹਾਂਸਕ ਤੇ ਡੋਨੇਟਸਕ ਆਪਣੇ ਆਪ ਨੂੰ ਇੰਡੀਪੈਂਡੈਂਟ ਕਹਿਣ ਲੱਗ ਗਏ ਸੀਗੇ।
ਇਹ ਕੰਪੈਰੀਜ਼ਨ ਸ਼ਾਇਦ ਸਹੀ ਨਾ ਹੋਵੇ, ਪਰ ਇੱਕ ਕਸ਼ਮੀਰ ਦਾ ਐਗਜ਼ਾਮਪਲ ਵੀ ਇਹ 'ਚ ਹੈ ਜੋ ਆਪਣੇ ਆਪ ਨੂੰ ਬਹੁਤ ਇੰਡੀਪੈਂਡੈਂਟ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਸਪੈਸ਼ਲ ਸਟੇਟਸ ਸੀਗਾ, ਬਹੁਤ ਕੁਝ ਸੀਗਾ। ਖੈਰ, ਲੁਹਾਂਸਕ ਤੇ ਡੋਨੇਟਸਕ 2014 ਵਿੱਚ ਆਪਣੇ ਆਪ ਨੂੰ ਇੰਡੀਪੈਂਡੈਂਟ ਕਹਿਣ ਲੱਗੇ, ਪਰ ਉਹ ਇੰਡੀਪੈਂਡੈਂਟ ਵੈਸੇ ਨਹੀਂ ਹੈ, ਟੈਕਨੀਕਲੀ ਉਹ ਯੂਕਰੇਨ ਦਾ ਹੀ ਹਿੱਸਾ ਹੈ। ਹੁਣ ਇਹ ਜਿਹੜੀਆਂ ਦੋ ਬਾਰਡਰ ਸਟੇਟਸ ਨੇ, ਇਹਦੇ ਆਸ-ਪਾਸ ਤੇ ਨਾਰਥ ਤੇ ਸਾਊਥ ਇਹਨਾਂ ਦੇ, ਯਾਨੀ ਕਿ ਕ੍ਰਾਈਮੀਆ ਤੇ ਨਾਰਥ ਵਾਲੇ ਪਾਸੇ ਵੀ ਰਸ਼ੀਆ ਨੇ ਕਿਹਾ ਜਾ ਰਿਹਾ ਹੈ ਕਿ ਲਗਭਗ 1.5 ਲੱਖ ਟਰੂਪਸ ਇਕੱਠੇ ਕੀਤੇ ਹੋਏ ਨੇ। 1,50,000 ਰਸ਼ੀਅਨ ਟਰੂਪਸ ਇਹਨਾਂ ਦੇ ਬਾਰਡਰਸ ਤੇ ਨੇ, ਤਾਂ ਇਹਦਾ ਮਤਲਬ ਉਹਦੀ ਇੰਟੈਂਸ਼ਨ ਪਿਊਤਿਨ ਦੀ ਸਾਫ਼ ਹੈ। ਪਿਊਤਿਨ ਸਿਰਫ ਇਹੀ ਕਹਿੰਦਾ ਕਿ ਯੂਕਰੇਨ ਬਹੁਤ ਡੀਸਟੇਬਲ ਹੋ ਗਿਆ ਹੈ, ਕਿਉਂਕਿ ਯੂਕਰੇਨ ਦੇ ਲੋਕ ਰਸ਼ੀਆ ਨਾਲ ਜੁੜਨਾ ਚਾਹੁੰਦੇ ਨੇ, ਲੇਕਿਨ ਜਿਹੜੇ ਉੱਥੇ ਦੇ ਖਰਾਬ ਐਲੀਮੈਂਟਸ ਨੇ ਉਹ ਯੂਕਰੇਨ ਨੂੰ ਰਸ਼ੀਆ ਨਾਲ ਨਹੀਂ ਜੁੜਨ ਦੇ ਰਹੇ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਦੋ ਸਟ੍ਰੈਟੇਜੀਜ਼ ਅਪਣਾਈਆਂ ਜਾਂਦੀਆਂ ਨੇ ਲੋਕਾਂ ਦੇ ਦਿਮਾਗ ਨਾਲ ਖੇਡਣ ਲਈ। ਜਿੱਥੇ ਕਿ ਯੂਕਰੇਨ ਇੱਕ ਇੰਡੀਪੈਂਡੈਂਟ ਕੰਟਰੀ ਹੈ ਤੇ ਉਹ ਰਹਿਣਾ ਚਾਹੁੰਦੀ ਹੈ, ਇਹ ਹਿਸਟਰੀ ਦਿਖਾਉਂਦੀ ਹੈ, 2005 ਤੇ 14 ਦੀ ਰੈਵੋਲੂਸ਼ਨ ਦਿਖਾਉਂਦੀ ਹੈ, ਉੱਥੇ ਹੀ ਇਹ ਕਿਹਾ ਜਾ ਰਿਹਾ ਜਾਂ ਇਹ ਦਿਖਾਇਆ ਜਾ ਰਿਹਾ, ਚਾਹੇ ਕਹਿ ਲਓ ਦੁਨੀਆ ਨੂੰ ਜਾਂ ਰਸ਼ੀਆ ਦੇ ਅੰਦਰ ਦੇ ਹੀ ਲੋਕਾਂ ਨੂੰ, ਕਿ ਯੂਕਰੇਨ ਤਾਂ ਸਾਡੇ ਨਾਲ ਜੁੜਨਾ ਚਾਹੁੰਦਾ ਹੈ, ਤਾਂ ਹੀ ਉੱਥੇ ਇੰਨੀ ਟੈਨਸ਼ਨ ਹੈ, ਉੱਥੇ ਇੰਨੀ ਲੜਾਈ ਹੋ ਰਹੀ ਹੈ। ਪਰ ਕੁਝ ਲੋਕ ਯੂਕਰੇਨ ਦੇ ਐਸੇ ਨੇ ਜੋ ਉਹਦਾ ਭਲਾ ਨਹੀਂ ਚਾਹੁੰਦੇ, ਇਸ ਕਰਕੇ ਉਹ ਰਸ਼ੀਆ ਨਾਲ ਇਹਨੂੰ ਜੁੜਨ ਨਹੀਂ ਦੇ ਰਹੇ। ਖੈਰ, ਕਿਹਾ ਇਹ ਵੀ ਜਾ ਰਿਹਾ ਹੈ ਕਿ ਰਸ਼ੀਆ ਹੀ ਇਹੋ ਜਿਹੇ ਲੋਕ ਅੰਦਰ ਭੇਜ ਰਿਹਾ ਜੋ ਇਹਨੂੰ ਡੀਸਟੇਬਲਾਈਜ਼ ਕਰਨ। ਰਸ਼ੀਆ ਨੇ ਹੁਣ ਨੇਟੋ ਨੂੰ ਕਿਹਾ ਕਿ ਨਹੀਂ, ਅਸੀਂ ਕੋਈ ਵੀ ਇਨਵੇਜਨ ਨਹੀਂ ਕਰਾਂਗੇ। ਨੇਟੋ ਨੂੰ ਤਾਂ ਬਾਕੀ ਦੇਸ਼ਾਂ ਨੂੰ ਵੀ ਕਿਹਾ ਅਸੀਂ ਕੋਈ ਇਨਵੇਜਨ ਨਹੀਂ ਕਰਨੀ, ਇਹੋ ਜਿਹਾ ਕੁਝ ਨਹੀਂ ਹੈ। ਉਹ ਤਾਂ ਕਿਉਂਕਿ ਯੂਕਰੇਨ 'ਚ ਟੈਨਸ਼ਨ ਚੱਲ ਰਹੀ ਹੈ ਤਾਂ ਅਸੀਂ ਸਿਰਫ ਆਪਣੇ ਟਰੂਪਸ ਉੱਥੇ ਰੱਖੇ ਹੈ, ਜਦ ਕਿ ਇਸ ਤੋਂ ਪਿਛਲੀ ਸਟੇਟਮੈਂਟ ਪਿਊਤਿਨ ਦੀ ਇਹ ਰਹੀ ਹੈ ਕਿ ਇਹ ਇੱਕ ਸਿਰਫ ਮਿਲਟਰੀ ਐਕਸਰਸਾਈਜ਼ ਹੈ, ਇਹਦੇ 'ਚ ਹੋਰ ਕੁਝ ਨਹੀਂ ਹੈ। ਖੈਰ, ਰਸ਼ੀਆ ਨੇ ਹੁਣ ਪਿਛਲੇ ਦਿਨਾਂ 'ਚ ਇਹ ਕਹਿ ਦਿੱਤਾ ਹੈ ਕਿ ਅਸੀਂ ਆਪਣੇ ਟਰੂਪਸ ਵਿਡਰਾਅ ਕਰਨੇ ਸ਼ੁਰੂ ਕਰ ਲਾਂਗੇ, ਕੋਈ ਗੱਲ ਨਹੀਂ ਹੈ। ਪਰ ਅਮਰੀਕਾ ਦਾ ਇਹ ਕਹਿਣਾ ਹੈ, ਜਾਂ ਵੈਸਟਰਨ ਕੰਟਰੀਜ਼ ਜਿਹੜੀਆਂ ਸਰਵੇਲੈਂਸ ਰੱਖਦੀਆਂ ਨੇ, ਉਹ ਕਹਿ ਰਹੀਆਂ ਕਿ ਇਹ ਕਹਿਣ ਦੇ ਬਾਵਜੂਦ 7,000 ਹੋਰ ਟਰੂਪਸ ਰਸ਼ੀਆ ਨੇ ਉਸ ਪਾਸੇ ਨੂੰ ਜਾਂ ਬਾਰਡਰਸ ਉੱਤੇ ਤੈਨਾਤ ਕਰਤੇ ਨੇ। ਖੈਰ, ਦਿੱਕਤ ਇਹ ਹੈ ਕਿ ਡਾਇਰੈਕਟ ਇਨਵੇਜਨ ਹੋਵੇ ਨਾ ਹੋਵੇ ਕ੍ਰਾਈਮੀਆ ਦੇ ਵਾਂਗ 2014 ਵਾਂਗ, ਲੇਕਿਨ ਆਲਰੇਡੀ ਯੂਕਰੇਨ ਜੋ ਕਿ 28 ਟਾਈਮਸ ਛੋਟਾ ਹੈ ਜੇ ਸਾਈਜ਼ ਵਿੱਚ ਗੱਲ ਕਰੀਏ ਰਸ਼ੀਆ ਤੋਂ, ਤਾਂ ਉਹਦੀ ਇਕਨੋਮੀ ਵੀ ਇੱਕ ਬਹੁਤ ਛੋਟਾ ਹਿੱਸਾ ਹੈ ਜੇ ਰਸ਼ੀਆ ਨਾਲ ਕੰਪੇਅਰ ਕਰੀਏ। ਇਨਫਲੇਸ਼ਨ ਉੱਥੇ 10% ਹੈ, ਸੋ ਮਹਿੰਗਾਈ ਬਹੁਤ ਹੈ, ਉਹਦੀ ਇਕਨੋਮੀ ਵੀਕ ਹੈ। ਤੇ ਹੁਣ ਜੇ ਬਾਰਡਰ ਤੇ ਇੰਨੇ ਟਰੂਪਸ ਰਹਿਣਗੇ, ਦੇਸ਼ 'ਚ ਟੈਨਸ਼ਨ ਰਹੇਗੀ, ਸੋ ਬੜੀ ਲਾਜ਼ਮੀ ਜੀ ਗੱਲ ਹੈ ਕਿ ਉਸ ਦੇਸ਼ ਦੀ ਇਕਨੋਮੀ ਹੋਰ ਇੰਪੈਕਟ ਹੋਏਗੀ, ਉੱਥੇ ਦੀ ਮਹਿੰਗਾਈ ਵਧੇਗੀ, ਅੰਦਰ ਹੋਰ ਚੀਜ਼ਾਂ ਇੰਪੋਰਟ ਨਹੀਂ ਹੋਣਗੀਆਂ ਤਾਂ ਉਹਨਾਂ ਚੀਜ਼ਾਂ ਦੀ ਸ਼ਾਰਟੇਜ ਹੋਏਗੀ। ਇਹੀ ਤਰੀਕੇ ਹੁੰਦੇ ਨੇ ਇੱਕ ਦੇਸ਼ ਨੂੰ ਹੋਰ ਡੀਸਟੇਬਲਾਈਜ਼ ਕਰਨ ਦੇ, ਤੇ ਤਾਂ ਕਿ ਇਹੋ ਜਿਹਾ ਇੰਨਾ ਕੁਝ ਹੋਵੇ ਕਿ ਯੂਕਰੇਨ ਇੰਨਾ ਵੀਕ ਹੋਵੇ ਕਿ ਉਹਨੂੰ ਕੋਈ ਨਾ ਕੋਈ ਸਟੈਪ ਲੈਣਾ ਪਵੇ। ਜਾਂ ਤਾਂ ਉਹ ਕਰੇਗੀ ਕਿਸੇ ਦਾ ਸਾਥ ਲਏਗੀ ਕਿਸੇ ਦੇਸ਼ ਦਾ, ਜਾਂ ਫਿਰ ਉਹ ਰਸ਼ੀਆ ਕੋਲ ਹੀ ਘੁਟਨੇ ਟੇਕ ਦੇਵੇਗੀ ਕਿ ਹੁਣ ਸਾਨੂੰ ਰਸ਼ੀਆ ਵੱਲ ਹੀ ਜਾਣਾ ਪੈਣਾ ਹੈ, ਜਾਂ ਫਿਰ ਉਹ ਅਟੈਕ ਕਰੇਗੀ ਜਾਂ ਲੜਾਈ ਕਰੇਗੀ ਰਸ਼ੀਆ ਦੇ ਨਾਲ, ਜੋ ਇੱਕ ਵਾਰੀ ਇਹ ਸਾਰਾ ਕੁਝ ਜੇ ਇਹੋ ਜਿਹਾ ਕੁਝ ਵੀ ਹੁੰਦਾ ਹੈ ਤਾਂ ਉਹ ਰਸ਼ੀਆ ਦੇ ਹੱਕ 'ਚ ਜਾਂਦਾ ਹੈ, ਕਿਉਂਕਿ ਫਿਰ ਉਹ ਯੂਕਰੇਨ ਨੂੰ ਇਨਵੇਡ ਵੀ ਕਰ ਸਕਦੀ ਹੈ ਤੇ ਬਾਅਦ 'ਚ ਜਸਟੀਫਾਈ ਵੀ ਕਰ ਸਕਦੀ ਹੈ ਕਿ ਇਹ ਕਰਨ ਦੀ ਲੋੜ ਸੀਗੀ। ਸੋ ਇਹ ਮੈਂ ਤਾਂ ਹੀ ਕਹਿ ਰਿਹਾ ਕਿ ਇਹ ਜੰਗ ਜਾਂ ਇਨਵੇਜਨ ਆਲਰੇਡੀ ਸ਼ੁਰੂ ਹੋ ਚੁੱਕੀ ਹੈ, ਇਨਵੇਜਨ ਸਿਰਫ ਵਾਰਫੇਅਰ ਨਾਲ ਨਹੀਂ ਹੁੰਦੀ। ਖੈਰ, ਇੱਕ ਹੋਰ ਤੁਹਾਨੂੰ ਸਾਈਡ ਦੱਸ ਦਵਾਂ, ਮੈਂ ਪਹਿਲਾਂ ਵੀ ਕਿਹਾ ਕਿ ਕੁਝ ਯੂਕਰੇਨੀਅਨਸ, ਮੈਨੂੰ ਨਹੀਂ ਪਤਾ ਉਹ ਕਿੰਨਾ ਨੰਬਰ ਹੈ, ਪਰ ਉਹ ਚਾਹੁੰਦੇ ਹੋਣਗੇ, ਉਹ ਰਸ਼ੀਆ ਦੀ ਸਾਈਡ ਲੈਂਦੇ ਹੋਣਗੇ, ਕਿਉਂਕਿ ਜਿਹੜੀ ਯੂਕਰੇਨ ਦੇ ਬਾਰਡਰ ਏਰੀਆਜ਼ ਨੇ ਉੱਧਰ ਰਸ਼ੀਅਨ ਸਪੀਕਿੰਗ ਪੋਪੂਲੇਸ਼ਨ ਬਹੁਤ ਹੈ। ਵੈਸਟ ਯੂਕਰੇਨ ਜਿਹੜਾ ਰਸ਼ੀਆ ਤੋਂ ਦੂਰ ਹੈ, ਉੱਧਰ ਰਸ਼ੀਅਨ ਘੱਟ ਬੋਲਦੇ ਨੇ ਲੋਕ, ਸੋ ਬਹੁਤ ਰਸ਼ੀਆ ਦੇ ਫੇਵਰ 'ਚ ਵੀ ਲੋਕ ਹੋਣਗੇ, ਮੈਨੂੰ ਨਹੀਂ ਪਤਾ ਕਿੰਨੇ। ਸੋ ਅਪ੍ਰੈਲ 2019 ਤੋਂ ਲੈ ਕੇ ਹੁਣ ਤੱਕ ਜਿਹੜੇ ਲੇਟੈਸਟ ਨੰਬਰਸ ਨੇ, 7,20,000 ਯੂਕਰੇਨੀਅਨਸ ਨੂੰ ਰਸ਼ੀਅਨ ਪਾਸਪੋਰਟ ਮਿਲ ਚੁੱਕਿਆ, ਉਹ ਵੀ ਫਾਸਟ ਟਰੈਕ, ਯਾਨੀ ਕਿ ਬਹੁਤ ਜਲਦੀ। ਕਿਉਂਕਿ ਬਹੁਤ ਲੋਕ ਇਹ ਸੋਚਦੇ ਕਿ ਯੂਕਰੇਨ ਤਾਂ ਹੁਣ ਨਹੀਂ ਬਚਣਾ, ਹੌਲੀ-ਹੌਲੀ ਕਰਕੇ ਕ੍ਰਾਈਮੀਆ ਤੋਂ ਬਾਅਦ ਹੁਣ ਡੋਨੇਟਸਕ ਵਾਲਾ, ਲੁਹਾਂਸਕ ਵਾਲਾ ਏਰੀਆ ਫਿਰ ਹੋਰ ਅੰਦਰ ਆਉਂਦੇ ਰਹਿਣਗੇ, ਯੂਕਰੇਨ ਡੀਸਟੇਬਲਾਈਜ਼ ਹੁੰਦਾ ਰਹੇਗਾ, ਰਸ਼ੀਆ ਦੇ ਕਬਜ਼ੇ 'ਚ ਹੀ ਆ ਜਾਏਗਾ। ਸੋ ਅਸੀਂ ਪਹਿਲਾਂ ਹੀ ਰਸ਼ੀਅਨ ਪਾਸਪੋਰਟ ਲੈ ਕੇ ਜੇ ਰਸ਼ੀਆ ਵੱਲ ਹੋ ਜਾਈਏ ਤਾਂ ਐਟਲੀਸਟ ਅਸੀਂ ਜ਼ਿੰਦਾ ਰਵਾਂਗੇ। ਸੋ ਬਹੁਤ ਲੋਕ ਘੁਟਨੇ ਟੇਕ ਚੁੱਕੇ ਨੇ। 7,20,000 ਯੂਕਰੇਨੀਅਨਸ 2 ਸਾਲਾਂ ਤੋਂ ਘੱਟ 'ਚ ਰਸ਼ੀਅਨ ਪਾਸਪੋਰਟ ਲੈ ਚੁੱਕੇ ਨੇ। ਪਾਸਪੋਰਟ ਲੈ ਚੁੱਕੇ ਤਾਂ ਇਹਨਾਂ 'ਚੋਂ ਕਈ ਜਾ ਵੀ ਚੁੱਕੇ ਹੋਣਗੇ ਜਾਂ ਜਲਦੀ ਹੀ ਚਲੇ ਜਾਣਗੇ। ਸੋ ਇਹ ਐਜ਼ ਆਈ ਸੈਡ ਇਨਵੇਜਨ ਆਲਰੇਡੀ ਸ਼ੁਰੂ ਹੋ ਚੁੱਕੀ ਹੈ, ਇਹ ਇਹਦੇ ਸਬੂਤ ਨੇ। ਹੁਣ ਮੈਂ ਪਹਿਲਾਂ ਵੀ ਕਿਹਾ ਕਿ ਪਿਊਤਿਨ ਪਹਿਲਾਂ ਹੀ ਇਹ ਕਹਿ ਚੁੱਕਿਆ ਕਿ ਰਸ਼ੀਅਨਸ ਤੇ ਯੂਕਰੇਨੀਅਨਸ ਆਰ ਵਨ ਪੀਪਲ, ਤੇ ਇਹ ਸਾਰੇ ਰਸ਼ੀਅਨ ਸਿਵਲਾਈਜੇਸ਼ਨ ਦਾ ਹੀ ਪਾਰਟ ਹੈ, ਵਿਚ ਆਲਸੋ ਇਨਕਲੂਡਸ ਨੇਬਰਿੰਗ ਬੇਲਾਰੂਸ। ਉਹ ਇਹ ਕਹਿ ਚੁੱਕਾ ਹੈ, ਜਦਕਿ ਯੂਕਰੇਨੀਅਨਸ ਲਾਰਜਲੀ ਇਸ ਗੱਲ ਨੂੰ ਰਿਜੈਕਟ ਕਰਦੇ ਨੇ। ਪਹਿਲੀ ਗੱਲ ਤਾਂ ਇਹ ਕਿ ਇਹ ਜਸਟੀਫਾਈ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸਾਨੂੰ ਇੱਕ ਰਹਿਣਾ ਚਾਹੀਦਾ। ਦੂਜਾ, ਅਗਲਾ ਟਾਰਗੇਟ ਸ਼ਾਇਦ ਰਸ਼ੀਆ ਆਪਣਾ ਦੱਸ ਰਿਹਾ ਜੋ ਬੇਲਾਰੂਸ ਹੋ ਸਕਦਾ, ਜੋ USSR ਦਾ ਹੀ ਪਾਰਟ ਸੀਗਾ।
ਖੈਰ ਯੂਕਰੇਨ ਕਿਉਂ, ਜੇ ਤੁਹਾਡੇ ਦਿਮਾਗ 'ਚ ਇਹ ਸਭ ਸੁਣ ਕੇ ਇਹ ਆਉਂਦਾ ਵੀ ਯੂਕਰੇਨ ਹੀ ਕਿਉਂ, ਬਾਕੀ ਦੇਸ਼ ਕਿਉਂ ਨਹੀਂ, ਤਾਂ ਮੈਂ ਇੱਕ ਵਾਰ ਫੇਰ ਦੱਸ ਦਵਾਂ ਕਿ ਯੂਕਰੇਨ ਰਸ਼ੀਆ ਤੋਂ ਬਾਅਦ ਸੈਕੰਡ ਲਾਰਜੈਸਟ ਕੰਟਰੀ ਹੈ ਯੂਰਪ 'ਚ। ਸਿਰਫ ਇੰਨੀ ਗੱਲ ਨਹੀਂ, ਆਇਲ ਤੇ ਗੈਸ ਵਿੱਚ ਵੀ ਇਹ ਬਹੁਤ ਹੀ ਰਿਚ ਹੈ ਕੰਪਨੀ, ਤੇ ਰਸ਼ੀਆ ਜਿਹੜੀ ਗੈਸ ਵੈਸਟ ਕੰਟਰੀਜ਼ ਨੂੰ ਜਾਂਦੀ ਹੈ, ਗੈਜ਼ਪ੍ਰੋਮ ਕੰਪਨੀ ਜੋ ਬਹੁਤ ਫੇਮਸ ਬਹੁਤ ਵੱਡੀ ਹੈ, ਉਹ ਯੂਕਰੇਨ ਦੇ ਥਰੂ ਹੀ ਜਾਂਦੀ ਹੈ। ਸੋ ਰਸ਼ੀਆ ਯੂਕਰੇਨ ਦਾ ਬਿਗੇਸਟ ਟ੍ਰੇਡ ਪਾਰਟਨਰ ਵੀ ਹੈ, ਸੋ ਯੂਕਰੇਨ ਦੀ ਇੰਪੋਰਟੈਂਸ ਹੋਰ ਵੀ ਜ਼ਿਆਦਾ ਹੈ। ਬਾਕੀ ਕਈ ਥਿਊਰੀਜ਼ ਇਹ ਵੀ ਚੱਲਦੀਆਂ ਨੇ ਕਿ ਕਿਉਂਕਿ ਆਪ ਇਹਦਾ ਬਰਥ ਯੂਕਰੇਨ 'ਚ ਹੋਇਆ ਸੀਗਾ ਵਲਾਦੀਮੀਰ ਪੁਤਿਨ ਦਾ, ਇਸੇ ਕਰਕੇ ਇਹਦਾ ਇੰਨਾ ਵੱਡਾ ਇਹ ਸੁਪਨਾ ਹੈ ਕਿ ਯੂਕਰੇਨ ਰਸ਼ੀਆ ਇੱਕ ਹੋ ਜਾਣ, ਕਿਉਂਕਿ ਉੱਥੇ ਦਾ ਪ੍ਰੈਜ਼ੀਡੈਂਟ ਹੈ, ਯੂਕਰੇਨ ਦਾ ਵੀ ਬਣ ਜਾਏਗਾ। ਦੂਸਰਾ, ਇਹ ਵੀ ਹਿਸਟੋਰੀਕਲੀ ਕਿਹਾ ਜਾਂਦਾ ਹੈ ਕਿ ਜਿਹੜੀ ਆ ਸਿਵਲਾਈਜੇਸ਼ਨ ਪੂਰੀ USSR ਵਾਲੀ ਸ਼ੁਰੂ ਹੋਈ ਸੀਗੀ, ਉਹਦਾ ਬੇਸ ਪੁਆਇੰਟ ਹੈ ਕਿ ਯੂਕਰੇਨ ਹੈ। ਹਰ ਸਿਵਲਾਈਜੇਸ਼ਨ ਦਾ, ਕੰਟਰੀ ਦਾ ਇੱਕ ਸਟਾਰਟਿੰਗ ਪੁਆਇੰਟ ਜਾਂ ਇੱਕ ਗੜ੍ਹ ਹੁੰਦਾ ਹੈ ਜੋ ਯੂਕਰੇਨ ਹੈ, ਇਸ ਕਰਕੇ ਯੂਕਰੇਨ ਇੰਨਾ ਇੰਪੋਰਟੈਂਟ ਹੈ। ਖੈਰ ਆਖਿਰ 'ਚ ਗੱਲ ਕਰ ਲਈਏ ਸਾਰੇ 'ਚ ਇੰਡੀਆ ਦਾ ਸਟੈਂਸ ਕੀ ਹੈ ਤੇ ਇੰਡੀਆ ਦਾ ਫਾਇਦਾ ਨੁਕਸਾਨ ਇਹਦੇ 'ਚ ਕੀ ਹੋ ਸਕਦਾ ਹੈ। ਹੁਣ ਇੰਡੀਆ ਇੱਕ ਬੜੀ ਫ੍ਰੇਜਾਈਲ ਤੇ ਮੁਸ਼ਕਿਲ ਸਿਚੁਏਸ਼ਨ ਵਿੱਚ ਆਂਦਾ ਜਾ ਰਿਹਾ ਹੈ ਸਭ ਕੁਝ ਦੇ ਚੱਲਦੇ, ਇਸ ਕ੍ਰਾਈਸਿਸ ਦੇ ਚੱਲਦੇ। ਉਹ ਇਸ ਕਰਕੇ ਕਿ ਇੰਡੀਆ ਨੇ ਖਾਸ ਕਰਕੇ 2014 ਤੋਂ ਬਾਅਦ ਅੱਛੇ ਰਿਲੇਸ਼ਨਸ ਮੇਨਟੇਨ ਕੀਤੇ ਨੇ ਰਸ਼ੀਆ ਦੇ ਨਾਲ, ਜੋ ਇੱਕ ਅੱਛੀ ਗੱਲ ਹੈ। ਰਸ਼ੀਆ ਦੀ ਮਿਲਟਰੀ ਦੁਨੀਆ 'ਚ ਸਭ ਤੋਂ ਬੈਸਟ ਵਿੱਚੋਂ ਆਉਂਦੀ ਹੈ ਤੇ ਟੌਪ 5 ਜਿਹੜੇ ਆਰਮੀ ਜਾਂ ਡਿਫੈਂਸ ਤੇ ਸਪੈਂਡ ਕਰਦੇ ਨੇ ਰਸ਼ੀਆ ਉਹਨਾਂ ਚੋਂ ਇੱਕ ਹੈ। ਤੇ ਆਪ ਸਾਨੂੰ ਪਤਾ ਕਲਿਸ਼ਨੀਕੋਵਸ ਜਾਂ ਹੋਰ ਕਈ ਮਿਜ਼ਾਈਲ ਸਿਸਟਮਸ ਹੋਣ ਉਹ ਰਸ਼ੀਆ ਬਣਾਉਂਦਾ ਹੈ। ਸੋ ਵਰਲਡ ਦੇ ਬੈਸਟ ਡਿਫੈਂਸ ਜਾਂ ਆਰਟਿਲਰੀ ਜਿਹੜੀ ਅਟੈਕ ਕਰਨ ਲਈ ਚੀਜ਼ਾਂ ਹੁੰਦੀਆਂ ਨੇ ਉਹ ਵੀ ਰਸ਼ੀਆ ਬਣਾਉਂਦਾ ਹੈ। ਖੈਰ ਸੋ ਇੰਡੀਆ ਦੇ ਬਹੁਤ ਅੱਛੇ ਰਿਲੇਸ਼ਨਸ ਰਹੇ ਨੇ। 2019 ਵਿੱਚ ਇੱਕ ਬਹੁਤ ਵੱਡੀ $multi-million ਡੀਲ ਵੀ ਕੀਤੀ ਗਈ ਹੈ ਰਸ਼ੀਆ ਦੇ ਨਾਲ ਮਿਜ਼ਾਈਲ ਸਿਸਟਮਸ ਦੀ। ਸੋ ਇਹੋ ਜਿਹੀ ਚੀਜ਼ਾਂ ਦੇ ਚੱਲਦੇ ਜਦੋਂ ਇਹ ਹੋ ਰਿਹਾ, ਉਧਰੋਂ US ਪ੍ਰੈਸ਼ਰ ਪਾ ਰਿਹਾ ਕਿ ਸਾਰੇ ਐਲਾਈਜ਼ ਜਿਹੜੇ ਨੇ ਉਹ ਸਾਥ ਦੇਣ। USA ਸਟੇਟਮੈਂਟ ਜਾਰੀ ਕਰ ਚੁੱਕਾ ਕਿ ਅਸੀਂ ਉਮੀਦ ਕਰਦੇ ਹਾਂ ਇੰਡੀਆ ਸਾਡਾ ਸਾਥ ਦੇਵੇਗਾ, ਕਿਉਂਕਿ ਯੂਕਰੇਨ ਨੂੰ ਬਚਾਉਣਾ ਜ਼ਰੂਰੀ ਹੈ। ਜਿਵੇਂ ਕਿ ਮੈਂ ਕਿਹਾ, ਕਿਉਂਕਿ ਨੇਟੋ ਦਾ ਹਿੱਸਾ ਨਹੀਂ ਹੈ, ਇਸ ਕਰਕੇ ਯੂਕਰੇਨ ਦੀ ਡਾਇਰੈਕਟ ਹੈਲਪ ਨਹੀਂ ਹੋ ਸਕਦੀ, ਪਰ ਕਿਹਾ ਜਾ ਰਿਹਾ US UK ਨੇ ਆਪਣੇ ਟਰੂਪਸ ਤਿਆਰ ਰੱਖੀਆਂ ਨੇ ਇੱਥੇ ਭੇਜਣ ਨੂੰ, ਜਿਵੇਂ ਅਫਗਾਨਿਸਤਾਨ 'ਚ ਕੀਤਾ ਗਿਆ ਸੀਗਾ। ਖੈਰ ਹੁਣ ਇੰਡੀਆ ਵੈਸੇ ਐਲਾਈ ਹੈ US ਦਾ, ਤੇ ਉਹ ਹੋਣਾ ਵੀ ਪਏਗਾ, ਕਿਉਂਕਿ ਯਾਦ ਰੱਖੀਏ ਕਿ ਰਸ਼ੀਆ ਐਲਾਈ ਹੈ ਚਾਈਨਾ ਤੇ ਪਾਕਿਸਤਾਨ ਦੇ ਨਾਲ। ਸੋ ਇਹ ਇੰਡੀਆ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈ, ਇੱਕ ਪਾਸੇ ਚਾਈਨਾ, ਇੱਕ ਪਾਸੇ ਪਾਕਿਸਤਾਨ, ਉੱਪਰ ਰਸ਼ੀਆ। ਸ਼ਾਇਦ ਇਸੇ ਕਰਕੇ ਅਸੀਂ ਟ੍ਰੇਡ ਤਾਂ ਚਾਈਨਾ ਤੇ ਰਸ਼ੀਆ ਨਾਲ ਬਹੁਤ ਅੱਛੀ ਰੱਖੀ ਹੈ, ਪਾਕਿਸਤਾਨ ਨਾਲ ਵੀ, ਪਰ ਸਾਡੀ ਚਾਈਨਾ ਤੇ ਪਾਕਿਸਤਾਨ ਨਾਲ ਬਹੁਤ ਟੈਨਸ਼ਨਸ ਚੱਲ ਰਹੀਆਂ ਨੇ। ਸ਼ਾਇਦ ਇਸੇ ਕਰਕੇ ਇੰਡੀਆ ਹੁਣ ਤੱਕ ਨਿਊਟਰਲ ਹੈ, ਇਸ ਬਾਰੇ ਕੁਝ ਨਹੀਂ ਕਹਿ ਰਿਹਾ, ਕਿਉਂਕਿ ਇੰਡੀਆ ਇੱਕ ਬੜੀ ਮੁਸ਼ਕਿਲ ਪੋਜੀਸ਼ਨ 'ਚ ਹੈ। ਜੇ ਇੰਡੀਆ ਰਸ਼ੀਆ ਦੀ ਸਾਈਡ ਲੈਂਦਾ ਹੈ, US ਨਾਲ ਰਿਲੇਸ਼ਨਸ ਖਰਾਬ ਹੋਣ ਦੀ ਦਿੱਕਤ ਹੈ, ਜੋ ਜੋ ਬਾਈਡਨ ਦੇ ਆਉਣ ਨਾਲ ਥੋੜੇ ਬਹੁਤ ਖਰਾਬ ਹੀ ਹੋਏ ਨੇ। ਟਰੰਪ ਵੇਲੇ ਬੈਟਰ ਸੀਗੇ, ਸ਼ਾਇਦ ਇਸ ਕਰਕੇ ਕਿਉਂਕਿ ਨਰਿੰਦਰ ਮੋਦੀ ਤੇ ਟਰੰਪ ਕੰਜ਼ਰਵੇਟਿਵ ਜਾਂ ਰਾਈਟ ਵਿੰਗ ਆਈਡੀਓਲੋਜੀ ਵੱਲ ਨੂੰ ਲੀਨਿੰਗ ਨੇ। ਖੈਰ ਹੁਣ ਇਹ ਦਿੱਕਤ ਤਾਂ ਹੈ ਹੀ ਹੈ, ਪਰ ਕਿਉਂਕਿ ਇੰਡੀਆ ਨੂੰ ਚਾਈਨਾ ਨਾਲ ਜੋ ਟੈਨਸ਼ਨ ਚੱਲ ਰਹੀ ਹੈ, ਖਾਸ ਕਰਕੇ ਸ਼ਾਇਦ ਪਾਕਿਸਤਾਨ ਨੂੰ ਇੰਡੀਆ ਕੌਨਫੀਡੈਂਟ ਹੋ ਕੇ ਸਾਂਭ ਲਾਂਗੇ, ਪਰ ਚਾਈਨਾ ਨਾਲ ਜੋ ਹੋ ਰਿਹਾ ਹੈ, ਇੰਡੀਆ ਬਹੁਤ ਮੁਸ਼ਕਿਲ ਸਿਚੁਏਸ਼ਨ 'ਚ ਹੈ। ਇਸ ਕਰਕੇ ਵੀ US ਦੀ ਮਦਦ ਚਾਹੀਦੀ ਹੋਏਗੀ। ਪਰ ਹੁਣ ਰਸ਼ੀਆ ਦੀ ਮਦਦ ਕਰੇ ਨਾ ਕਰੇ, ਉਹਨਾਂ ਦੇ ਹੱਕ 'ਚ ਇੰਡੀਆ ਨਿਤਰੇ ਜਾਂ ਨਾ ਨਿਤਰੇ, ਬਹੁਤ ਫ੍ਰੇਜਾਈਲ ਤੇ ਮੁਸ਼ਕਿਲ ਸਿਚੁਏਸ਼ਨ ਹੈ। ਸੋ ਜੇ ਇੰਡੀਆ ਦੀ ਗੱਲ ਕਰੀਏ ਤਾਂ ਉਹ ਵੀ ਇਹੀ ਚਾਹੇਗਾ ਕਿ ਇੱਕ ਐਮੀਕੇਬਲ ਸੋਲਿਊਸ਼ਨ ਹੋ ਜਾਵੇ, ਟੈਨਸ਼ਨ ਐਸਕੇਲੇਟ ਨਾ ਹੋਵੇ, US ਵਰਸਸ ਰਸ਼ੀਆ ਵਾਲੀ ਸਿਚੁਏਸ਼ਨ ਖਾਸ ਕਰਕੇ ਨਾ ਪੈਦਾ ਹੋਵੇ, ਕਿਉਂਕਿ ਇੰਡੀਆ ਇਹਦੇ 'ਚ ਬਹੁਤ ਕਸੂਤਾ ਫਸੇਗਾ। ਕਿਉਂਕਿ ਇੰਡੀਆ ਇਹ ਜਾਣ ਚੁੱਕਿਆ ਹੈ ਕਿ US ਰਸ਼ੀਆ ਚਾਈਨਾ ਇਹਨਾਂ ਸਭ ਨਾਲ ਸੰਬੰਧ ਠੀਕ ਰੱਖਣੇ ਪੈਣਗੇ, ਇਹਨਾਂ ਕਿਸੇ ਨਾਲ ਵੀ ਸੰਬੰਧ ਖਰਾਬ ਹੋਣ ਦਾ ਖਾਮਿਆਜ਼ਾ ਇੰਡੀਆ ਬਹੁਤ ਬੁਰੇ ਤਰੀਕੇ ਨਾਲ ਭੁਗਤ ਸਕਦਾ ਹੈ। ਖੈਰ ਇਹੋ ਜਿਹੇ ਐਨਾਲਿਸਿਸ ਮੈਂ ਕਰਦਾ ਰਵਾਂਗਾ, ਤੁਹਾਡੇ ਲਈ ਇਹੋ ਜਿਹੀਆਂ ਖਾਸ ਰਿਪੋਰਟਾਂ ਮੈਂ ਲੈ ਕੇ ਆਉਂਦਾ ਰਵਾਂਗਾ। ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਇਸੇ ਟੌਪਿਕ ਤੇ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ, ਕੀ ਇਨਫੋਰਮੇਸ਼ਨ ਚਾਹੀਦੀ ਹੈ, ਮੈਂ ਉਹ ਲੈ ਕੇ ਆਵਾਂਗਾ। ਤੇ ਕਿਹੋ ਜਿਹੇ ਟੌਪਿਕਸ ਤੇ ਤੁਸੀਂ ਇਹੋ ਜਿਹੇ ਸਪੈਸ਼ਲ ਰਿਪੋਰਟਸ ਚਾਹੁੰਦੇ ਹੋ ਉਹ ਵੀ ਮੈਨੂੰ ਦੱਸ ਦੇਣਾ, ਮੈਂ ਤੁਹਾਡੇ ਅੱਗੇ ਹਾਜ਼ਰ ਹੁੰਦਾ ਰਵਾਂਗਾ ਉਹਨੂੰ ਲੈ ਕੇ। ਤੁਸੀਂ ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।